ज्ञान ध्यान पूर्ण परमेश्वर हर हर कथा नित सुनिए राम। श्री वाहेगुरु साहिब जी शरण समर्थ अकथ अगोचरा पतित उदाहरण नाम तेरा अंतर्जामी नानक के स्वामी सर्बत पूरन ठाकुर मेरा। ऊंचा अगम अपार प्रभ कथन न जाए अकथ नानक प्रभ शरणागते राखन को समरथ। परम सन्मान योग अनंत श्री विभूषक अनंता अनंत कोटि नायक करोड़ा ब्रह्मंडा दे ठाकुर जगताधार जगदीश्वर पार ब्रह्म शब्द स्वरूप सतगुरु जी श्री गुरु ग्रंथ साहिब जी महाराज सतगुरु जी की पावन पवित्र हजूरी विखे शुभायमान गुरु रूप खालसा सत संगत जीओ प्रेम सत्कार सहित फतेह प्रवान करो जी। वाहिगुरु जी का खालसा वाहिगुरु जी की फतेह। वड्डियां भागां वाले हो आप सर्वत संगतां जो गरीब नवाज सतगुरु जी धन गुरु अर्जन देव महाराज जियां दे पावन पवित्र प्रकाश दिहाड़े नूं समर्पित और सरबत दे भले दे वास्ते अज दे महान गुरमत समागम मना रहे हो और गरीब नवाज सतगुरु जी की पावन पवित्र हजूरी अंदर महाराज धन गुरु नानक देव सच्चे पातशाह जियां दी पवित्र अंश बंस सत्कारयोग बाबा जी बाबा सरबजोत सिंह जी बेदी साहिब और होर अनेका साधु संत महापुरख जिन्हां सारियां दे नाम स्टेज तो आप जियां ने श्रवण कीते ने बड़े प्यार दे नाल गुरु दरबार दियां आप हाजरियां भर रहे हो। गुरु की संगत ज्ञानी गोपाल सिंह जी आप जी नूं ढाडी वारां दा कीर्तन श्रवण करवा रहे सन। जो आपां नगमा सुन रहे सां आप उस नगमे दे विच सुनिया कि खालसे ने जिथे भी जंग धर्म दे वास्ते सरबत दे भले वास्ते जिथे भी जंग कीती उस फतेह पाई। विद्वानां दा कहना है कि खालसे दे हथ जिहड़ी तेग है ये तेग इस तेग दा लोहा वो है जिहड़ा लोहा धन गुरु अर्जन देव सच्चे पातशाह महाराज जियां ने तत्ती तवी ते महाराज जिहड़ी तवी ते बैठे कहंदे उस तवी दियां ये तेगां बणियां ने जिहड़ियां खालसे दे हत्थां विच आईयां ने। महाराज सरबत दा भला करदे रहे ते उन्हां दा खालसा जे किते जूझदा है वो भी सरबत दे भले वास्ते जूझदा है। आखो सतनाम श्री गुरु की संगत महाराज धन गुरु अर्जन देव पातशाह
ਗਰੀਬ ਨਵਾਜ਼ ਜੀਆਂ ਦੇ ਪਾਵਨ ਮੁਬਾਰਕ ਬਚਨ ਆਪਾਂ ਜਦੋਂ ਪੜ੍ਹੀਏ, ਮਹਾਰਾਜ ਕਹਿੰਦੇ, ਪਿਆਰਿਆ ਤੂੰ ਜਗਤ ਤੇ ਆ ਕੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਨਾ, ਇਹ ਤੇਰਾ ਸਾਰਿਆਂ ਤੋਂ ਭਲਾ ਕਰਮ ਹੈ। ਉੱਥੇ ਜੀਵਨ ਦੀਆਂ ਹਰੇਕ ਦੀਆਂ ਕੁਛ ਨਾ ਕੁਛ ਜ਼ਰੂਰਤਾਂ ਹੁੰਦੀਆਂ ਨੇ, ਹਰੇਕ ਦੀਆਂ ਕੁਛ ਨਾ ਕੁਛ ਜ਼ਰੂਰਤਾਂ ਹੁੰਦੀਆਂ ਨੇ, ਤੇ ਬੰਦਾ ਸੋਚਦਾ ਹੈ ਵੀ ਮੇਰੀਆਂ ਇਹ ਜ਼ਰੂਰਤਾਂ ਪੂਰੀਆਂ ਕਿੱਥੋਂ ਹੋਣਗੀਆਂ। ਸੱਚੇ ਪਾਤਸ਼ਾਹ ਜੀਆਂ ਨੂੰ ਪੁੱਛੀਏ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਮੁਬਾਰਕ ਬਚਨ ਕਰਦੇ ਨੇ, ਕਹਿੰਦੇ, ਸਿੱਖਾ ਤੂੰ ਸੇਵਾ ਕਰਿਆ ਕਰ, ਸਿੱਖਾ ਤੂੰ ਸਿਮਰਨ ਕਰਿਆ ਕਰ, ਤੂੰ ਬਾਣੀ ਪੜ੍ਹਿਆ ਕਰ। ਜੇ ਤੂੰ ਸੇਵਾ ਕਰਦਾ ਹੈ ਤੇ ਸੇਵਾ ਕਰਦਿਆਂ ਕਦੇ ਮਨ ਦੇ ਵਿੱਚ ਇਹ ਭਾਵਨਾ ਨਾ ਲਿਆਈ ਕਿ ਮੈਂ ਅੱਗੇ ਹੋ ਕੇ ਦਿਸਾਂ। ਜੇ ਤੂੰ ਪਿੱਛੇ ਰਹਿ ਕੇ ਵੀ ਸੇਵਾ ਕਰਨੇ ਹੈ ਤਾਂ ਵੀ ਤੂੰ ਧੰਤਾ ਦੇ ਯੋਗ ਹੈ। ਤੇ ਗੁਰੂ ਦੀ ਸੇਵਾ ਕਰਨ ਦੇ ਨਾਲ ਦੁਨੀਆ ਦੀ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਤੇਰੀ ਝੋਲੀ ਦੇ ਵਿੱਚ ਨਾ ਪਵੇ। ਮਹਾਰਾਜ ਕਹਿੰਦੇ, ਦੁਨੀਆ ਤੇ ਇਹੋ ਜਿਹਾ ਕੋਈ ਪਦਾਰਥ ਹੈ ਹੀ ਨਹੀਂ ਜਿਹੜਾ ਗੁਰੂ ਦੀ ਸੇਵਾ ਵਿੱਚੋਂ ਨਹੀਂ ਲੱਭਦਾ। ਆਖੋ ਸਤਨਾਮ ਸ਼੍ਰੀ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਬਚਨ ਨੇ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ, ਜੇ ਤੂੰ ਪਿੱਛੇ ਰਹਿ ਕੇ ਵੀ ਸੇਵਾ ਕਰ ਰਿਹਾ ਹੈ ਨਾ, ਤੇ ਇੱਕ ਗੱਲ ਧਿਆਨ ਦੇ ਨਾਲ ਜਾਣ ਲਵੀਂ ਸਿੱਖਾ, ਗੁਰੂ ਸਾਹਿਬ ਜਦੋਂ ਕਿਰਪਾ ਕਰਨ ਤੇ ਆਉਂਦੇ ਨੇ, ਵੇਖੋ ਸਤ ਸੰਗਤ, ਜਦੋਂ ਮਹਾਰਾਜ ਆਪ ਹਲੇ ਗੁਰੂ ਨਹੀਂ ਸੰਨਾ ਬਣੇ, ਗੁਰੂ ਅਰਜਨ ਸਾਹਿਬ ਜੀ, ਤੇ ਪਿੱਛੇ ਰਹਿ ਕੇ ਸੇਵਾ ਕਰਨੀ, ਸੰਗਤ ਦੇ ਬਰਤਨ ਵੀ ਮਾਂਜਣੇ, ਸੰਗਤ ਦੇ ਜੋੜੇ ਵੀ ਝਾੜਨੇ, ਸੰਗਤ ਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਵੀ ਕਰਨਾ। ਤੇ ਸਤ ਸੰਗਤ, ਉਸ ਸੇਵਾ ਦੇ ਵਿੱਚੋਂ ਲੱਭਿਆ ਕਿ ਜਿਦਨ ਗੁਰਤਾ ਗੱਦੀ ਦੀ ਸਤ ਸੰਗਤ ਬਖਸ਼ਿਸ਼ ਹੋਣੀ ਸੀ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਤ ਸੰਗਤ ਗੁਰਤਾ ਗੱਦੀ ਦਾ ਤਖਤ ਬਖਸ਼ਿਆ। ਪਰ ਮਨ ਦੀ ਐਸੀ ਭਾਵਨਾ, ਸਤ ਸੰਗਤ ਵੇਖੋ, ਬੜੇ ਗਹਿਰ ਔਰ ਗੰਭੀਰ ਸਨ ਮਹਾਰਾਜ, ਬੜੇ ਗਹਿਰ ਔਰ ਗੰਭੀਰ। ਜਦੋਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀਆਂ ਦਾ ਅਕਾਲ ਚਲਾਣਾ ਹੋਇਆ, ਸਤਿਗੁਰੂ ਜੀ ਸੱਚਖੰਡ ਗਏ, ਜੋਤੀ ਜੋਤ ਸਮਾਏ। ਉਸ ਤੋਂ ਬਾਅਦ ਸਤ ਸੰਗਤ, ਜਦੋਂ ਬਾਬੇ ਪ੍ਰਿਥੀ ਚੰਦ ਹੁਣਾ ਨੇ ਮਹਾਰਾਜ ਨਾਲ ਈਰਖਾ ਕੀਤੀ ਨਾ, ਤੇ ਉਸ ਈਰਖਾ ਨੂੰ ਮਿਟਾਉਣ ਦੇ ਵਾਸਤੇ ਵੀ ਗੁਰੂ ਨਾਨਕ ਦੇ ਘਰ ਨੇ ਯਤਨ ਕੀਤਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀਆਂ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਹੋਰਾਂ ਨੇ 2 ਦਸਤਾਰਾਂ ਭੇਜੀਆਂ। ਕਹਿੰਦੇ, ਭਾਈ ਜਿਹੜੀ ਤਾਂ ਵੱਡੇ ਪੁੱਤਰ ਹੋਣ ਦੇ ਨਾਤੇ ਪੱਗ ਹੈ ਉਹ ਪ੍ਰਿਥੀ ਚੰਦ ਨੂੰ ਬੰਨ ਦਿਓ, ਜੋ ਗੁਰਿਆਈ ਗੱਦੀ ਦੀ ਪੱਗ ਹੈ, ਦਸਤਾਰ ਹੈ, ਉਹ ਗੁਰੂ ਅਰਜਨ ਸਾਹਿਬ ਜੀਆਂ ਨੂੰ ਬੰਨ ਦਿਓ। ਉਦੋਂ ਵੀ ਵੈਰ ਵਿਰੋਧ ਮਿਟਾਉਣ ਵਾਸਤੇ ਗੁਰੂ ਨਾਨਕ ਦੇ ਘਰ ਨੇ ਯਤਨ ਕੀਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤ ਸੰਗਤ, ਮਹਾਰਾਜ ਕਹਿੰਦੇ ਕਿ ਵੇਖ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਨੇ ਗੁਰੂ ਸਾਹਿਬ, ਉਹਨਾਂ ਦੀ ਸੇਵਾ ਕੀ ਕੁਛ ਬਖਸ਼ਦੀ ਹੈ। ਮਹਾਰਾਜ ਕਹਿੰਦੇ, ਜਿਹੜਾ ਬੰਦਾ ਨਿਰਾਸ਼ ਹੋ ਚੁੱਕਿਆ ਹੈ, ਜਿਹਨੂੰ ਕਿਸੇ ਪਾਸਿਓਂ ਕੋਈ ਆਸ ਹੀ ਹੈ ਨਹੀਂ, ਜੇ ਉਹ ਗੁਰੂ ਦੀ ਸੇਵਾ ਕਰਦਾ ਹੈ ਨਾ, ਉਹਦੀ ਆਸਾ ਨੂੰ ਗੁਰੂ ਨਾਨਕ ਸੱਚੇ ਸਾਹਿਬ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਹਦੀ ਨਿਰਾਸ਼ੇ ਦੀ ਆਸਾ ਵੀ ਪੂਰੀ ਕਰ ਦਿੰਦੇ ਨੇ, ਜੇ ਉਹ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਨੂੰ ਪੁੱਛਿਏ ਕਿ ਪਾਤਸ਼ਾਹ, ਗੁਰੂ ਦੀ ਸੇਵਾ ਹੋਰ ਕੀ ਬਖਸ਼ਦੀ ਹੈ। ਮਹਾਰਾਜ ਕਹਿੰਦੇ, ਭਲਿਆ ਜੀਵਨ ਦੇ ਵਾਸਤੇ ਮਨੁੱਖ ਨੂੰ ਧਨ ਚਾਹੀਦਾ ਹੁੰਦਾ। ਵੇਖ ਗੁਰੂ ਦੀ ਸੇਵਾ ਕੀ ਬਖਸ਼ਦੀ ਹੈ, ਵੀ ਜਿਹੜਾ ਨਿਰਧਨ ਬੰਦਾ ਹੁੰਦਾ ਹੈ, ਗੁਰਾਂ ਦੀ ਸੇਵਾ ਉਹਨੂੰ ਧਨ ਬਖਸ਼ ਦਿੰਦੀ ਹੈ। ਇਤਿਹਾਸ ਦੇ ਬੜੇ ਐਸੇ ਪ੍ਰਮਾਣ ਨੇ, ਬੜੇ ਪ੍ਰਮਾਣ ਨੇ। ਗੁਰੂ ਕੇ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਨਗਰ ਦੇ ਵਿੱਚ ਗਏ। ਸਤ ਸੰਗਤ, ਬਾਹਰ ਖੇਤਾਂ ਦੇ ਵਿੱਚ ਇੱਕ ਬੱਚਾ ਜਿਹੜਾ ਖੇਤਾਂ ਦੀ ਰਾਖੀ ਕਰਦਾ ਸੀ, ਉਹਨੇ ਸਤਿਗੁਰਾਂ ਦੀ ਸੇਵਾ ਕੀਤੀ। ਉਹਨੇ ਮਹਾਰਾਜ ਜੀਆਂ ਨੂੰ ਹੋਲਾਂ ਭੁੰਨ ਕੇ ਖਵਾਈਆਂ, ਜੋ ਛੋਲਿਆਂ ਨੂੰ, ਹਰਿਆਂ ਛੋਲਿਆਂ ਨੂੰ ਭੁੰਨ ਕੇ ਉਹ ਹੋਲਾਂ ਬਣਾ ਕੇ ਮਹਾਰਾਜ ਜੀਆਂ ਨੂੰ, ਸੇਵਾਦਾਰਾਂ ਨੂੰ ਛਕਾਈਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ। ਸਤ ਸੰਗਤ, ਉਹ ਬੱਚਾ ਜਿਹੜਾ ਦੂਜਿਆਂ ਦੀ ਖੇਤ ਦੀ ਰਾਖੀ ਕਰਨ ਵਾਲਾ ਸੀ, ਗੁਰੂ ਨਾਨਕ ਦੀ ਸੇਵਾ ਕੀਤੀ। ਸਤ ਸੰਗਤ, ਨਿਰਧਨ ਤੋਂ ਉਹ ਰਾਜਾ ਬਣ ਗਿਆ, ਰਾਜਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਤਾਂ ਨਹੀਂ ਸਾਖੀ ਜ਼ਿਆਦਾ ਖੋਲ ਰਿਹਾ ਕਿਉਂਕਿ ਸਮਾਂ ਆਪਣੇ ਕੋਲ ਸੀਮਤ ਹੈ। तो सत संगत महाराज जी की कृपा के नाल वो निर्धन बंदा जिहड़ा सी
ਉਹ ਨਿਰਧਨ ਬੱਚਾ, ਉਹ ਰਾਜ ਭਾਗ ਦਾ ਮਾਲਕ ਬਣ ਗਿਆ। ਗੁਰੂ ਦੀ ਸੇਵਾ ਕੀ ਦਿੰਦੀ ਹੈ? ਪਾਤਸ਼ਾਹ ਕਹਿੰਦੇ ਜੇ ਸਰੀਰ ਨੂੰ ਕੋਈ ਰੋਗ ਲੱਗਾ, ਆਦ ਵਿਆਦ ਉਪਾਦ ਕੋਈ ਰੋਗ ਲੱਗਾ, ਜੇ ਗੁਰੂ ਦੀ ਸੇਵਾ ਕਰਨਾ ਪਿਆਰਿਆ ਤੇ ਇਹ ਸੱਚ ਜਾਣੀ ਵੀ ਤੇਰੇ ਰੋਗਾਂ ਦਾ ਨਾਸ਼ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੇਵਾ ਕਰ ਦੇਵੇਗੀ। ਇਤਿਹਾਸ ਦੇ ਕਿੰਨੇ ਪ੍ਰਮਾਣ ਨੇ? ਇੱਕ ਪ੍ਰਮਾਣ ਬਾਬਾ ਜੀ ਸੁਣਾਉਂਦੇ ਹੁੰਦੇ ਨੇ ਆਪਣੀ ਰਚਨਾ ਤੋਂ, ਬਾਬਾ ਬੇਦੀ ਸਾਹਿਬ ਜੀ ਉਹ ਸੁਣਾਉਂਦੇ ਹੁੰਦੇ ਨੇ ਨਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਹਜ਼ੂਰ ਸਤ ਸੰਗਤ ਉਹ ਵਜ਼ੀਰ ਖਾਂ ਆਇਆ ਜਿਹਨੂੰ ਜਲੋਧਰ ਦਾ ਰੋਗ ਸੀ, ਮਹਾਰਾਜ ਜੀਆਂ ਦੀ ਸੇਵਾ ਦੇ ਵਿੱਚ ਆਇਆ। ਸਤ ਸੰਗਤ ਗੁਰੂ ਨਾਨਕ ਦੇ ਘਰ ਦੀ ਐਸੀ ਕਿਰਪਾ ਹੋਈ, ਸਤ ਸੰਗਤ ਮਹਾਰਾਜ ਗੁਰੂ ਅਰਜਨ ਸਾਹਿਬ ਜੀਆਂ ਨੇ ਕਿਰਪਾ ਕਰਕੇ ਬਾਬਾ ਬੁੱਢਾ ਜੀ ਹੋਰਾਂ ਕੋਲੋਂ ਉਸ ਵਜ਼ੀਰ ਖਾਨ ਦਾ ਰੋਗ ਜਿਹੜਾ ਸੀ ਉਹ ਦੂਰ ਕਰਵਾ ਦਿੱਤਾ, ਰੋਗੀ ਦਾ ਰੋਗ ਖੰਡਿਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੇਵਾ ਦੇ ਵਿੱਚ ਬੜੇ ਐਸੇ ਪ੍ਰਮਾਣ ਨੇ, ਮਹਾਰਾਜ ਜੀਆਂ ਨੇ ਸਤ ਸੰਗਤ ਕੋੜੀਆਂ ਦੇ ਕੋੜ ਦੂਰ ਕੀਤੇ। ਗੁਰੂ ਨਾਨਕ ਸੱਚੇ ਸਾਹਿਬ ਜੀਆਂ ਦੀ ਜਿਨ੍ਹਾਂ ਨੇ ਸੇਵਾ ਕੀਤੀ, ਇੱਕ ਪ੍ਰੇਮੇ ਕੋੜੀ ਦਾ ਪ੍ਰਸੰਗ ਆਉਂਦਾ ਜਿਹਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ। ਸਤ ਸੰਗਤ ਇੱਕ ਨੂਰੇ ਕੋੜੀ ਦਾ ਪ੍ਰਸੰਗ ਆਉਂਦਾ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਨਿਵਾਜਿਆ। ਸਤ ਸੰਗਤ ਆ ਅਸਥਾਨ, ਆ ਪਾਵਨ ਅਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਚਰਨ ਛੋਹ ਪ੍ਰਾਪਤ ਔਰ ਧੰਨ ਬਾਬਾ ਸਾਹਿਬ ਸਿੰਘ ਜੀਆਂ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ ਨਾ। ਤਾਂ ਬਾਬਾ ਜੀਆਂ ਦੇ ਇਤਿਹਾਸ ਨੂੰ ਵੇਖੀਏ ਤੇ ਸਤ ਸੰਗਤ ਉੱਥੇ ਵੀ ਬਚਨ ਆਉਂਦਾ ਹੈ ਕਿ ਕਈਆਂ ਰੋਗੀਆਂ ਦੇ, ਕਈਆਂ ਕੋੜੀਆਂ ਦੇ ਕੋੜ ਜਦੋਂ ਉਹ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨ ਲੱਗੇ, ਬਾਬਾ ਸਾਹਿਬ ਸਿੰਘ ਜੀਆਂ ਨੇ ਉਹਨਾਂ ਦੇ ਰੋਗ ਦੂਰ ਕਰ ਦਿੱਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਗੁਰੂ ਦੀ ਸੇਵਾ ਵਿੱਚੋਂ ਕੀ ਨਹੀਂ ਲੱਭਦਾ, ਤੂੰ ਗੁਰੂ ਦੀ ਸੇਵਾ ਕਰਕੇ ਤਾਂ ਵੇਖ, ਤੂੰ ਮਨੋ ਤਨੋ ਹੋ ਕੇ ਗੁਰੂ ਦੀ ਸੇਵਾ ਕਰਕੇ ਵੇਖ। ਪਾਤਸ਼ਾਹ ਕਹਿੰਦੇ ਕਿ ਵੇਖ ਭਗਤੀ ਦਾ ਦਾਨ ਮਿਲਦਾ ਹੈ ਜਦੋਂ ਤੂੰ ਗੁਰੂ ਕੀ ਸੇਵਾ ਕਰੇਗਾ, ਤੇਰੇ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚੱਲੇਗਾ। ਬਰਤਨ ਮਾਂਜਦਿਆਂ, ਜੋੜੇ ਝਾੜਦਿਆਂ ਜਦੋਂ ਤੂੰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇਗਾ, ਭਗਤੀ ਦਾ ਦਾਨ ਤੇਰੇ ਅੰਦਰ ਆਵੇਗਾ, ਤੇਰਾ ਮਨ ਜਿਹੜਾ ਹੈ ਉਹ ਨਿਰਮਲ ਹੋ ਜਾਵੇਗਾ। ਮਹਾਰਾਜ ਕਹਿੰਦੇ ਇੰਨਾ ਕਿ ਨਿਰਮਲ ਹੋ ਜਾਵੇਗਾ, ਉਹ ਰਾਮ ਦੇ ਨਾਮ ਦੇ ਗੁਣ ਗਾਵੇਗਾ। ਕਹਿੰਦੇ ਤੇਰੇ ਪੱਲੇ ਕੀਰਤਨ ਦੀ ਦਾਤ ਪੈ ਜਾਵੇਗੀ। ਜਦੋਂ ਦਿੱਤਾ ਸੀ ਜਵਾਬ ਕਿਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀਆਂ ਨੇ ਸਿੱਖਾਂ ਨੂੰ, ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਤੁਸੀਂ ਲਿਆਓ ਸਾਜ, ਤੁਸੀਂ ਕਰੋ ਕੀਰਤਨ। ਮਹਾਰਾਜ ਗੁਰੂ ਅਰਜਨ ਸਾਹਿਬ ਦੀ ਐਸੀ ਕਿਰਪਾ ਹੋਈ, ਸਾਧ ਸੰਗਤ ਉਹ ਦਿਨ ਤੋਂ ਫਿਰ ਕੀਰਤਨ ਦੀ ਦਾਤ ਜਿਹੜੀ ਉਹ ਸੇਵਕਾਂ ਦੀ ਝੋਲੀ ਦੇ ਵਿੱਚ ਪੈ ਗਈ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਉਹ ਪਾਰ ਬ੍ਰਹਮ ਨਿਰੰਕਾਰ ਵਾਹਿਗੁਰੂ ਜਿਹੜਾ ਸਾਰਿਆਂ ਦਾ ਦਾਤਾ ਹੈ, ਉਹਦਾ ਸਰੂਪ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਤੇ ਜਿਹੜਾ ਇਹਨਾਂ ਦੀ ਸੇਵਾ ਕਰਦਾ, ਦੁਨੀਆ ਤੇ ਐਸਾ ਕੋਈ ਪਦਾਰਥ ਨਹੀਂ ਜਿਹੜਾ ਉਹਦੀ ਝੋਲੀ ਵਿੱਚ ਨਾ ਪਵੇ, ਜਿਹੜਾ ਉਹਨੂੰ ਨਾ ਮਿਲੇ। ਮਹਾਰਾਜ ਜੀ ਦਾ ਬਚਨ ਹੈ ਸ਼ਲੋਕ ਸਹਿਸ ਕੀਰਤੀ ਦੇ ਵਿੱਚ, ਗਰੀਬ ਨਵਾਜ ਕਹਿੰਦੇ ਪਾਛਮ ਕ੍ਰੋਧ ਅਗਰਣੀ ਵਹਿ। ਗੁਰੂ ਸਾਹਿਬ ਕਿਰਪਾ ਕਰਦੇ ਜਿਹੜਾ ਸਾਰਿਆਂ ਤੋਂ ਪਿੱਛੇ ਉਹਨੂੰ ਸਭ ਤੋਂ ਅੱਗੇ ਕਰ ਦਿੰਦੇ। ਆਪਾਂ ਪਰੇਡ ਵੇਖੀ ਤੇ ਨਾ ਕਿਤੇ ਫੌਜੀਆਂ ਦੀ, ਜਦੋਂ ਕਹਿੰਦੇ ਨਾ ਪਿੱਛੇ ਮੁੜ, ਉਹ ਜਿਹੜਾ ਸਾਰਿਆਂ ਤੋਂ ਪਹਿਲੇ ਮੂਹਰੇ ਖੜਾ ਹੁੰਦਾ ਹੈ, ਸਾਧ ਸੰਗਤ ਉਹ ਸਾਰਿਆਂ ਤੋਂ ਮਗਰ ਹੋ ਜਾਂਦਾ ਹੈ। ਜਿਹੜਾ ਸਾਰਿਆਂ ਤੋਂ ਮਗਰ ਹੁੰਦਾ ਉਹ ਸਭ ਤੋਂ ਅੱਗੇ ਹੋ ਜਾਂਦਾ ਹੈ। ਗਰੀਬ ਨਵਾਜ ਕਹਿੰਦੇ ਪਾਛਮ ਕ੍ਰੋਧ ਅਗਰਣੀ ਵਹਿ, ਜਿਹੜਾ ਸਭ ਤੋਂ ਪਿੱਛੇ ਹੁੰਦਾ ਉਹਨੂੰ ਗੁਰੂ ਸਾਹਿਬ ਅੱਗੇ ਕਰ ਦਿੰਦੇ ਨੇ ਸੇਵਾ ਦੇ ਨਾਲ। ਨਿਰਾਸਨ ਆਸ ਪੂਰਨ, ਜਿਹਦੀ ਕਿਤੇ ਆਸਾਂ ਨਾ ਪੂਰੀ ਹੁੰਦੀ ਹੋਵੇ, ਗੁਰੂ ਨਾਨਕ ਦਾ ਘਰ ਉਹਦੀਆਂ ਆਸਾਂ ਪੂਰੀਆਂ ਕਰਦਾ। ਨਿਰਧਨੰ ਭਜਨ ਧਨਵੰਤ, ਜੇ ਕੋਲੇ ਧਨ ਨਹੀਂ ਹੈ, ਮਾਇਆ ਨਹੀਂ ਹੈ, ਗਰੀਬੀ ਹੈ, ਮਹਾਰਾਜ ਕਹਿੰਦੇ ਨਿਰਧਨੰ ਭਜਨ ਧਨਵੰਤ, ਕਹਿੰਦੇ ਉਹ ਧਨਵਾਨ ਬਣ ਜਾਂਦਾ, ਉਹ ਸਮਰਾਟ ਹੋ ਜਾਂਦਾ। ਬਾਬਾ ਸਾਹਿਬ ਸਿੰਘ ਜੀਆਂ ਨੇ ਇੱਕ 11 ਸਾਲ ਦੇ ਬੱਚੇ ਦੇ ਜਿਹੜਾ ਯਤੀਮ ਹੋ ਚੁੱਕਿਆ ਸੀ, ਜਿਹਦਾ ਪਿਤਾ ਚੜ੍ਹਾਈ ਕਰ ਗਿਆ, ਉਹਦੇ ਸਿਰ ਤੇ ਹੱਥ ਰੱਖਿਆ। ਗੁਰੂ ਨਾਨਕ ਦੇ ਘਰੋਂ ਐਸੀ ਮਿਹਰ ਹੋਈ, ਸਾਧ ਸੰਗਤ ਉਹ ਯਤੀਮ ਬੱਚਾ ਉਹ ਪੰਜਾਬ ਦਾ ਬਾਦਸ਼ਾਹ ਬਣਿਆ, ਮਹਾਰਾਜਾ ਰਣਜੀਤ ਸਿੰਘ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬਖਸ਼ਦਾ, ਧਨ ਬਖਸ਼ਦਾ ਮਾਲਕ। ਨਿਰਧਨੰ ਭਜਨ ਧਨਵੰਤ, ਰੋਗੀਆਂ ਰੋਗ ਖੰਡਣਾ, ਉਹ ਰੋਗੀਆਂ ਦੇ ਰੋਗਾਂ ਦਾ ਨਾਸ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਸੇਵਾ ਚੋਂ ਕੀ ਨਹੀਂ ਲੱਭਦਾ, ਭਗਤਿਆਂ ਭਗਤ ਦਾਨੰ, ਕਹਿੰਦੇ ਉਹ ਭਗਤਾਂ ਨੂੰ ਭਗਤੀ ਦਾ ਦਾਨ ਦਿੰਦਾ ਹੈ। ਕਈ ਐਸੇ ਆਉਂਦੇ ਨੇ ਉਹਨਾਂ ਨੂੰ ਦੁਨਿਆਵੀ ਚੀਜ਼ਾਂ ਨਹੀਂ ਚਾਹੀਦੀਆਂ ਹੁੰਦੀਆਂ, ਉਹ ਕਹਿੰਦੇ ਦਾਤਿਆ ਮੇਰੀ ਝੋਲੀ 'ਚ ਆਪਣਾ ਨਾਮ ਪਾ ਦੇ। ਉਹ ਧਨ ਨੇ ਉਹ ਪਿਆਰੇ ਜਿਹੜੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇ ਅਰਦਾਸਾਂ ਕਰਦੇ ਨੇ, ਕਿਉਂਕਿ ਗਰੀਬ ਨਵਾਜ ਜੀ ਦਾ ਬਚਨ ਹੈ। ਦਾਤਾ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗ।
जे को अपना दुख मिटावे हर हर नाम हृदय सद गावे। जे को अपनी शोभा लोरे साध संग ए हौमै छोरे। जे को जन्म मरण ते डरे साध जना की शरणी परे। पर अगों एक वचन कीता, कहंदे वो जिन्हां नूं एक परमात्मा दे दर्शनां दी इच्छा हो जाती है, ਜਿਹੜੇ सिर्फ गुरु ग्रंथ साहिब महाराज जी दे अगों गुरु नानक दा नाम मंगदे ने, वाहिगुरु दा सिमरन मंगदे ने। महाराज कहंदे जिस जन को प्रभ दर्श प्यासा नानक तां कह बल बल जासा। ਉਹਦੇ ਤੋਂ ਅਸੀਂ ਵੀ ਬਲਿਹਾਰ ਤੇ ਕੁਰਬਾਨ ਜਾਂਦੇ ਆ। ਪਾਤਸ਼ਾਹ ਕਹਿੰਦੇ ਭਗਤੀਆਂ ਭਗਤ ਦਾਨ, ਜਿਹੜੇ ਭਗਤੀ ਕਰਨ ਵਾਲੇ ਉਹਨਾਂ ਨੂੰ ਮਹਾਰਾਜ ਭਗਤੀ ਦਾ ਦਾਨ ਦਿੰਦੇ ਨੇ। ਭਗਤੀਆਂ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਹੈ। ਰਾਮ ਦੇ ਨਾਮ ਗੁਣ ਗਾਉਣ ਦਾ, ਪ੍ਰਮਾਤਮਾ ਦੇ ਨਾਮ ਦਾ ਗੁਣ ਗਾਉਣ ਦਾ, ਕੀਰਤਨ ਕਰਨ ਦਾ ਉਹਨਾਂ ਨੂੰ ਸੁਭਾਗ ਮਿਲਦਾ ਹੈ। ਤਾਂ ਮਹਾਰਾਜ ਜੀ ਕਹਿੰਦੇ ਪਾਰ ਬ੍ਰਹਮ ਪੁਰਖ ਦਾਤਾ ਹੈ। ਉਹ ਦਾਤਾ ਹੈ ਸਾਰਿਆਂ ਦਾ, ਅਕਾਲ ਪੁਰਖ ਵਾਹਿਗੁਰੂ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਮਣਾ, ਜਿਹੜਾ ਸਾਰਿਆਂ ਦਾ ਦਾਤਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਤੇ ਕਹਿੰਦੇ ਐਸੇ ਗੁਰੂ ਦੀ ਸੇਵਾ ਕਰ, ਉਹ ਦੁਨੀਆ ਦਾ ਕਿਹੜਾ ਪਦਾਰਥ ਹੈ ਜਿਹੜਾ ਤੈਨੂੰ ਨਹੀਂ ਲੱਭੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੁਨੀਆ ਦਾ ਹਰੇਕ ਪਦਾਰਥ ਮਹਾਰਾਜ ਕਹਿੰਦੇ ਤੇਰੀ ਝੋਲੀ 'ਚ ਪਵੇਗਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਪਾਵਨ ਬਚਨ ਹੈ। ਤੇ ਉਹ ਗਰੀਬ ਨਵਾਜ ਬਚਨ ਕਰਦੇ ਨੇ। ਕਿਤੇ ਆਪਾਂ ਕਥਾ ਸੁਣੀਏ ਨਾ ਤੇ ਸੱਚ ਸੰਗਤ ਭਾਈ ਸੰਤੋਖ ਸਿੰਘ ਹੁਣਾ ਗਰੀਬ ਨਵਾਜ ਜੀ ਦੀ ਉਪਮਾ ਕਿਵੇਂ ਕੀਤੀ। ਉਹ ਕਹਿੰਦੇ ਗੁਰ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। गुर अर्जन बिघनन के नाशक, बिघनन के नाशक। सारे बिघना का नाश करने वाले ने, क्योंकि गुरु नानक का पंजवां स्वरूप ने जिन्हां बारे भट्टा ने आख्या। उन्हें बचन किया ਆਪਾਂ ਕਹਿੰਦੇ ਫਲਾਣਾ ਰੱਬ ਵਰਗਾ, ਉਹ ਕਹਿੰਦੇ ਗੁਰੂ ਅਰਜਨ ਰੱਬ ਵਰਗੇ ਨਹੀਂ। ਗੁਰੂ ਅਰਜਨ ਤੇ ਆਪ ਰੱਬ ਨੇ, ਆਪ ਰੱਬ ਨੇ। ਸਤ ਸੰਗਤ ਜਹਾਜ਼ ਦੀ ਇੱਕ ਸੀਮਾ ਹੁੰਦੀ ਹੈ, ਉਹ ਕੁਝ ਕੁ ਬੰਦਿਆਂ ਨੂੰ ਗਿਣਤੀ ਹੈ ਵੀ 100 ਨੂੰ 200 ਨੂੰ 400 ਨੂੰ ਪਾਰ ਕਰ ਦੇਵੇਗਾ। ਪਰ ਗੁਰੂ ਅਰਜਨ ਸਾਹਿਬ ਐਸਾ ਜਹਾਜ਼ ਨੇ, ਉਹ ਸਾਰੀ ਸ੍ਰਿਸ਼ਟੀ ਨੂੰ ਪਾਰ ਕਰ ਸਕਦੇ ਨੇ ਜੇ ਉਹਨਾਂ ਦੇ ਚਰਣੀ ਲੱਗ ਜਾਈਏ। ਤਾਂ ਸਤ ਸੰਗਤ ਐਸੇ ਸਤਿਗੁਰਾਂ ਦੀ ਉਪਮਾ ਕੀ ਹੈ। ਸ਼ਾਇਰ ਕਹਿੰਦੇ ਦੁਲਾਰੇ ਬੀਬੀ ਭਾਨੀ ਦੇ, ਬੀਬੀ ਭਾਨੀ ਜੀ ਉਹਨਾਂ ਦੇ ਮਾਤਾ ਨੇ, ਧੰਨ ਗੁਰੂ ਰਾਮਦਾਸ ਸਾਹਿਬ ਉਹਨਾਂ ਦੇ ਪਿਤਾ ਜੀ ਨੇ। ਕਹਿੰਦੇ ਭਾਨੀ ਦਾ ਜਾਇਆ ਸੀ ਤੇ ਭਾਨੀ ਨੇ ਭਾਣਾ ਮੰਨਣਾ ਚੰਗੀ ਤਰ੍ਹਾਂ ਸਿਖਾਇਆ ਸੀ। ਆਖੋ ਸਤਨਾਮ ਸ਼੍ਰੀ। ਦੁਲਾਰੇ ਬੀਬੀ ਭਾਨੀ ਦੇ ਤੇ ਬਹੁਤੇ ਉਹ ਬਾਣੀ ਦੇ ਬਹੁਤੇ। ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਬਚਪਨ ਦੇ ਵਿੱਚ ਇਹ ਵਚਨ ਕਰ ਦਿੱਤਾ ਸੀ। ਜਦੋਂ ਸਤ ਸੰਗਤ ਮਹਾਰਾਜ ਜੀ ਬਚਪਨ ਦੇ ਵਿੱਚ ਖੇਡਦੇ, ਉਹਨਾਂ ਦੀ ਗੇਂਦ ਰਿੜ ਕੇ ਉਸ ਕਮਰੇ 'ਚ ਚਲੀ ਗਈ ਜਿੱਥੇ ਗੁਰੂ ਅਮਰਦਾਸ ਮਹਾਰਾਜ ਬਿਰਾਜ ਰਹੇ ਸਨ। ਤੇ ਸਤਿਗੁਰਾਂ ਨੇ ਬਚਪਨ ਦੇ ਵਿੱਚ ਉਸ ਦਰਵਾਜ਼ੇ ਨੂੰ ਹੱਥ ਨਾਲ ਖੋਲ੍ਹਣ ਦਾ ਯਤਨ ਕੀਤਾ, ਨਾ ਖੋਲ੍ਹਿਆ। ਜਦੋਂ ਨਾ ਖੁੱਲਿਆ ਤੇ ਫਿਰ ਸੀਸ ਲਾ ਕੇ ਦਰਵਾਜ਼ਾ ਖੋਲ੍ਹ ਕੇ ਅੰਦਰ ਚਲੇ ਗਏ। ਬੀਬੀ ਭਾਨੀ ਜੀ ਆਏ, ਕਹਿੰਦੇ ਜੀ ਤੁਹਾਡਾ ਦੋਹਤਾ ਬੜਾ ਚਲਾਕ ਹੋ ਗਿਆ। ਮਹਾਰਾਜ ਕਹਿੰਦੇ ਉਹ ਚਲਾਕ ਨਹੀਂ ਹੋਇਆ, ਬੱਚੀਏ ਭਾਨੀਏ ਇਹ ਸਿਆਣਾ ਹੋ ਗਿਆ। ਇਹਨੂੰ ਪਤਾ ਲੱਗ ਗਿਆ ਵੀ ਧਰਮ ਦਾ ਦਰਵਾਜ਼ਾ ਜਿੱਦਣ ਵੀ ਖੁੱਲਦਾ ਹੈ ਉਹਦੇ ਲਈ ਸਿਰ ਦੇਣਾ ਪੈਂਦਾ ਹੈ। ਕਹਿੰਦੇ ਜਿੱਦਣ ਵੀ ਧਰਮ ਦੇ ਦਰਵਾਜ਼ੇ ਨੂੰ ਖੋਲ੍ਹਣ ਦੀ ਲੋੜ ਪਈ, ਤੇਰਾ ਪੁੱਤਰ ਸੀਸ ਦੇਣ ਤੋਂ ਪਿੱਛੇ ਨਹੀਂ ਹਟੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਬਾਣੀ ਦੇ ਬੋਹਿਥੇ ਕਹਿ ਦਿੱਤਾ, ਆਖਿਆ ਤੁਹਾਡਾ ਦੋਹਤਾ। ਮਹਾਰਾਜ ਕਹਿੰਦੇ ਦੋਹਤਾ ਨਹੀਂ, ਬਾਣੀ ਦਾ ਬੋਹਿਥਾ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਓਗਰਾ ਛਕਦੇ ਸਨ। ਛੋਟੀ ਅਵਸਥਾ 'ਚ ਸ਼੍ਰੀ ਅਰਜਨ ਜੀ ਕੋਲ ਬੈਠੇ ਨੇ। ਮਹਾਰਾਜ ਜੀ ਦੇ ਥਾਲ ਦੇ ਵਿੱਚ ਉਹ ਸਾਰਾ ਪਦਾਰਥ ਦੂਜਿਆਂ ਦੇ ਵਿੱਚ ਵੰਡ ਦਿੱਤਾ। ਉਹ ਇੱਕ ਸਿੰਬਲ ਸੀ। ਮਹਾਰਾਜ ਜੀ ਨੇ ਪਕੜਿਆ ਤੇ ਆਪਣੀ ਗੋਦੀ 'ਚ ਬਿਠਾ ਲਿਆ। ਕਹਿੰਦੇ ਠਹਿਰ ਓਏ ਥਾਲ ਦੇ ਮਾਲਕਾ, ਇਹ ਥਾਲ ਮਿਲੇਗਾ ਤੈਨੂੰ ਪਰ ਆਪਣੇ ਪਿਤਾ ਤੋਂ ਨਹੀਂ। ਸਤ ਸੰਗਤ ਭਾਵ ਇਹ ਸੀ ਵੀ ਉਹ ਥਾਲ ਜਿਹੜਾ ਹੈ, ਇਹ ਥਾਲ ਕਿਸੇ ਇੱਕ ਵਾਸਤੇ ਨਹੀਂ, ਇਹ ਥਾਲ ਸਾਰਿਆਂ ਵਾਸਤੇ ਹੈ। ਤੇ ਫਿਰ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਅਧਿਆਤਮਕਤਾ ਦਾ ਥਾਲ ਰਚਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ 'ਚ ਅਧਿਆਤਮਕਤਾ ਦਾ ਥਾਲ ਵਿਦਵਾਨ ਕਹਿੰਦੇ ਨੇ, ਕਿਉਂਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ ਤੇ ਗੁਰੂ ਕੇ ਪਿਆਰਿਓ। ਫਿਰ ਜਦੋਂ ਦੋਹਿਥਾ ਬਾਣੀ ਦਾ ਬੋਹਿਥਾ
ਔਰ ਥਾਲ ਦਾ ਮਾਲਕ ਹੋਣ ਦੇ ਵਰਦਾਨ ਦਿੱਤੇ। ਬਚਪਨ ਦੇ ਵਿੱਚ ਰਹਿਮਤਾਂ ਮਿਲ ਗਈਆਂ ਤੇ ਗੁਰੂ ਕੀ ਸੰਗਤ। ਫਿਰ ਵੇਖੋ ਅੱਜ ਦਾ ਮਨੁੱਖ ਕਿੱਡਾ ਸਿਆਣਾ ਹੋ ਗਿਆ, ਆਪਣੇ ਆਪ ਨੂੰ ਗੁਰੂ ਨਾਲੋਂ ਸਿਆਣਾ ਸਮਝਦਾ। ਸਤਿਗੁਰੂ ਜੀ ਨੇ ਸਰੂਪ ਮਹਾਰਾਜ ਜੀਆਂ ਦੀ ਬਾਣੀ ਦਾ ਲਿਖਿਆ, ਭਾਈ ਗੁਰਦਾਸ ਸਾਹਿਬ ਜੀਆਂ ਤੋਂ ਲਿਖਵਾਇਆ, ਆਪ ਮਹਾਰਾਜ ਜੀਆਂ ਨੇ ਉਚਾਰ ਕੇ। ਤੇ ਗੁਰੂ ਕੇ ਪਿਆਰਿਓ, ਅੱਜ ਸਿੱਖ ਕਹਿੰਦਾ ਸਤਿਗੁਰੂ ਤੁਹਾਨੂੰ ਨਹੀਂ ਪਤਾ ਲੱਗਿਆ, ਤੁਸੀਂ ਕਰ ਗਏ ਗਲਤੀਆਂ, ਤੁਹਾਨੂੰ ਵਿਆਕਰਣ ਨਹੀਂ ਸੀ ਆਉਂਦੀ, ਤੁਹਾਨੂੰ ਸਿਹਾਰੀਆਂ ਬਿਹਾਰੀਆਂ ਦਾ ਨਹੀਂ ਪਤਾ ਲੱਗਿਆ, ਤਾਂ ਮੈਂ ਦੱਸਦਾ ਤੁਹਾਨੂੰ ਕਿਵੇਂ ਲਾਉਣੀਆਂ ਨੇ। ਸਤ ਸੰਗਤ 5000 ਤੋਂ ਉੱਤੇ ਲਾ ਕੇ ਸਤਿਗੁਰਾਂ ਨੂੰ ਦੱਸ ਦਿੱਤਾ ਵੀ ਮਹਾਰਾਜ ਤੁਹਾਨੂੰ ਨਹੀਂ ਪਤਾ ਲੱਗਿਆ, ਅੱਜ ਤੇਰਾ ਸਿੱਖ ਦੱਸੂ ਤੈਨੂੰ। ਸਤ ਸੰਗਤ ਆ ਤੇ ਹਾਲਤ ਹੋ ਗਈ ਹੈ ਗੁਰੂ ਸਾਹਿਬ ਜੀਆਂ ਦੀ ਬਾਣੀ ਦੇ ਉੱਤੇ ਟਿੱਪਣੀਆਂ। ਸਤ ਸੰਗਤ ਫਿਰ ਕੌਮ ਦਰਦੀਆਂ ਨੂੰ ਦਰਦ ਆਉਂਦਾ ਹੈ, ਤੇ ਜਦੋਂ ਫਿਰ ਕੌਮ ਇਕੱਠੇ ਹੋ ਕੇ ਆਵਾਜ਼ ਮਾਰਦੀ ਹੈ, ਉਦੋਂ ਫਿਰ ਸਤ ਸੰਗਤ ਫਿਰ ਬਾਬਾ ਜੀ ਵਰਗੇ ਸਤਿਪੁਰਖ ਇਕੱਠੇ ਹੋ ਕੇ ਫਿਰ ਉਸ ਗੱਲ ਵਾਸਤੇ ਹਮਲਾ ਮਾਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇੱਕ ਅੱਖਰ ਤੱਕ ਕੀ, ਇੱਕ ਲਗ ਮਾਤਰ ਤੱਕ ਨਹੀਂ ਬਦਲੀ ਜਾ ਸਕਦੀ। ਆ ਪਿਛਲੇ ਦਿਨੀ ਆਪਾਂ ਵੇਖਿਆ ਬਾਬਾ ਜੀਆਂ ਨੇ ਵੀ ਜਾ ਕਰਕੇ ਉੱਥੇ ਇਸ ਗੱਲ ਦੀ ਪ੍ਰੋੜਤਾ ਕੀਤੀ ਵੀ ਇਸ ਗੱਲ ਦਾ ਪੱਕਾ ਇੰਤਜ਼ਾਮ ਕੀਤਾ ਜਾਵੇਗਾ ਕਿ ਗੁਰੂ ਸਾਹਿਬ ਜੀ ਦੀ ਬਾਣੀ 'ਚ ਹੀਰ ਫੇਰ ਨਾ ਹੋਵੇ। ਆਖੋ ਸਤਨਾਮ ਸ਼੍ਰੀ। ਤੋ ਸਤ ਸੰਗਤ ਦੁਲਾਰੇ ਬੀਬੀ ਭਾਨੀ ਦੇ ਤੇ ਬੋਇਥੇ ਉਹ ਬਾਣੀ ਦੇ ਅਰਜਨ ਗੁਰੂ ਜੀ ਰੱਬੀ ਭਾਣੇ ਦਾ ਸਰੂਪ ਨੇ। ਪ੍ਰਮਾਤਮਾ ਦਾ ਭਾਣਾ ਕੈਸਾ ਮੰਨਦੇ ਨੇ ਸਤ ਸੰਗਤ, ਉਹਨਾਂ ਨੂੰ ਫਰਕ ਨਹੀਂ। ਹਰਮੰਦਰ ਬੈਠੇ ਨੇ, ਤਖਤ ਤੇ ਬੈਠੇ ਨੇ, ਸੀਸ ਤੇ ਚੌਰ ਝੁੱਲਦਾ, ਉੱਤੇ ਛਤਰ ਝੁੱਲਦਾ। ਸਤ ਸੰਗਤ ਜੇ ਤਤੀ ਤਵੀ ਦੇ ਉੱਤੇ ਵੀ ਬੈਠੇ ਨੇ, ਉਹ ਭੜਪੂਜਾ ਸੀਸ ਦੇ ਵਿੱਚ ਰੇਤਾ ਵੀ ਪਾ ਰਿਹਾ ਹੈ। ਸਤ ਸੰਗਤ ਜੈਸੇ ਉਹ ਛਤਰ ਥੱਲੇ ਬੈਠੇ ਨੇ, ਚੌਰ ਥੱਲੇ ਬੈਠੇ ਨੇ, ਵੈਸੇ ਤਪਦੀ ਹੋਈ ਤਵੀ ਤੇ ਉਸ ਰੇਤ ਦੇ ਕੜਛੇ ਦੇ ਥੱਲੇ ਬੈਠੇ ਨੇ। ਕੋਈ ਫਰਕ ਨਹੀਂ ਗੁਰੂ ਨੂੰ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਭਾਣੇ ਦੇ ਸਰੂਪ ਨੇ, ਸਹਾਇਕ ਉਹ ਦੁਖੀਆਂ ਦੇ ਸਹਾਇਕ ਨੇ ਮਹਾਰਾਜ। ਕੋੜੀਆਂ ਦੇ ਵਾਸਤੇ ਕਿਤਨੇ ਪ੍ਰਬੰਧ ਕੀਤੇ। ਤਰਨ ਤਾਰਨ ਸਾਹਿਬ ਮਹਾਰਾਜ ਜੀਆਂ ਨੇ ਕੋੜੀਆਂ ਦੇ ਵਾਸਤੇ ਬਣਵਾਇਆ ਸੀ। ਲਾਹੌਰ ਦੇ ਵਿੱਚ ਬਿਮਾਰੀ ਫੈਲੀ, ਉਹ ਮੇਰਾ ਗੁਰੂ ਸਰਬੱਤ ਦਾ ਭਲਾ ਮੰਗਣ ਵਾਲਾ, ਉਹਨਾਂ ਰੋਗੀਆਂ ਦੇ ਰੋਗ ਦੂਰ ਕਰਨ ਵਾਸਤੇ ਲਾਹੌਰ ਦੀ ਧਰਤੀ ਤੇ ਮਹਾਰਾਜ ਜੀਆਂ ਨੇ ਲੰਗਰ ਲਾਏ, ਦਵਾਈਆਂ ਦਾ ਪ੍ਰਬੰਧ ਕੀਤਾ। ਤੇ ਸਹਾਇਕ ਉਹ ਦੁਖੀਆਂ ਦੇ ਤੇ ਦਾਤੇ ਸਭ ਸੁਖੀਆਂ ਦੇ, ਸਾਰੇ ਸੁੱਖਾਂ ਦਾ ਦਾਨ ਦੇਣ ਵਾਲੇ ਨੇ, ਸਾਰੇ ਸੁੱਖਾਂ ਦੀ ਦਾਤ ਦੇਣ ਵਾਲੇ ਨੇ। ਅਰਜਨ ਗੁਰੂ ਜੀ ਲਾਏ ਛਿਆਟੇ ਜਿਹੇ ਕੂਪ ਨੇ। ਵੇਖੋ ਪਾਣੀ ਦਾ ਪ੍ਰਬੰਧ ਪਹਿਲਾਂ ਬਹੁਤ ਮੁਸ਼ਕਲ ਹੁੰਦਾ ਸੀ। ਸਤਿਗੁਰਾਂ ਨੇ ਸਾਧ ਸੰਗਤ ਥਾਂ ਥਾਂ ਤੇ ਖੂਹ ਲਵਾਏ ਕਿ ਪਾਣੀ ਦੇ ਵਾਸਤੇ ਪ੍ਰਬੰਧ ਕੀਤਾ ਜਾਵੇ। ਤੇ ਐਸਾ ਹੀ ਇੱਕ ਛਿਆਟਾ ਸਾਹਿਬ ਖੂਹ ਲਵਾਇਆ ਜਿਹਦੀਆਂ 6 ਹਰਕਾਂ ਉਸ ਸਮੇਂ ਚੱਲਿਆ ਕਰਦੀਆਂ ਸਨ। ਸਿਰਜਕ ਨੇ ਅੰਮ੍ਰਿਤਸਰ ਸਾਹਿਬ ਮਹਾਰਾਜ ਜੀਆਂ ਨੇ ਸਾਧ ਸੰਗਤ ਉਹ ਸਥਾਨ ਬਣਾਇਆ ਸਿੱਖੀ ਦੀ ਸੇਵਾ ਕਰਦੇ। ਉਹ ਜੇਕਰ ਸਿੱਖ ਕਿਤੇ ਕਾਬਲੋਂ ਚੱਲ ਕੇ ਆਏ, ਥੱਕ ਗਏ, ਤੇ ਮਹਾਰਾਜ ਆਪ ਲੰਗਰ ਲੈ ਕੇ ਜਾਂਦੇ ਨੇ ਮਾਤਾ ਗੰਗਾ ਜੀ ਦੇ ਨਾਲ, ਆਪ ਜਾ ਕੇ ਉਹਨਾਂ ਦੀ ਮੁੱਠੀ ਚਾਬੀ ਕਰਦੇ ਨੇ। ਤੇ ਸਾਧ ਸੰਗਤ ਕਿਤੇ ਹਰਮੰਦਰ ਸਾਹਿਬ ਜਾਈਏ ਨਾ, ਤੇ ਬਾਹਰ ਜਿੱਥੇ ਆਪਾਂ ਜਲਿਆਂਵਾਲੇ ਬਾਗ ਵੱਲੋਂ ਪ੍ਰਵੇਸ਼ ਕਰਦੇ ਆ, ਉੱਥੇ ਜੋੜਾ ਘਰ ਦੇ ਕੋਲੇ ਇੱਕ ਸਰੂਪ ਲੱਗਿਆ ਮਹਾਰਾਜ ਜੀਆਂ ਦਾ। ਮਹਾਰਾਜ ਜੋੜਿਆਂ 'ਚ ਬੈਠੇ ਨੇ ਗੁਰੂ ਅਰਜਨ ਦੇਵ ਸਾਹਿਬ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੋੜਿਆਂ 'ਚ ਬੈਠੇ ਨੇ ਮੇਰੇ ਮਾਲਕ। ਸਿੱਖਾਂ ਨੇ ਆਖਿਆ ਜੀ ਦਰਸ਼ਨ ਕਰਨੇ ਆਏ ਆ। ਉਹ ਬਾਬਾ ਬੁੱਢਾ ਜੀ ਕਹਿੰਦੇ ਜਿਹੜਾ ਸਤਿਗੁਰਾਂ ਦਾ ਦਰਸ਼ਨ ਕਰਨਾ ਉਹ ਤੇ ਤੁਹਾਡੇ ਜੋੜਿਆਂ ਦੀ ਰਾਖੀ ਬੈਠਾ। ਐਸਾ ਸਮਰੱਥ ਸਤਿਗੁਰੂ। ਤਾਂ ਸਤ ਸੰਗਤ ਸਿੱਖੀ ਦੀ ਸੇਵਾ ਕਰਦੇ ਅਰਜਨ ਗੁਰੂ ਜੀ ਸਾਰੇ ਭੂਪਨ ਕੇ ਭੂਪ ਨੇ। ਤੇ ਗੁਰੂ ਕੇ ਪਿਆਰਿਓ ਵੇਖੋ, ਗੁਰੂ 'ਚ ਕੋਈ ਕਰਾਮਾਤ ਘੱਟ ਨਹੀਂ, ਕਿਤੇ ਨਹੀਂ ਘੱਟ। ਚਾਹੁੰਦੇ ਮਿੰਟਾਂ ਸਕਿੰਟਾਂ 'ਚ ਤਪਦੀਆਂ ਤਵੀਆਂ ਠੰਡੀਆਂ, ਤਪਦੇ ਰੇਤੇ ਫੁੱਲ ਬਣ ਸਕਦੇ ਸੀ, ਕਿਉਂਕਿ ਗੁਰੂ ਕੇ ਬਚਨਾਂ 'ਚ ਕੈਸੀ ਤਾਕਤ ਸੀ। ਮੈਂ ਸਿਰਫ 1-2 ਮਿੰਟ ਕਹਿ ਕੇ ਮੈਂ ਖਿਮਾ ਚਾਹਾਂਗਾ। ਬੀਰਬਲ ਆਇਆ, ਬੀਰਬਲ ਕਹਿੰਦਾ ਵੀ ਤੁਸੀਂ ਸਾਨੂੰ ਕਰ ਭਰੋ, ਟੈਕਸ ਦਿਓ। ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਘਰ ਹੈ, ਇਹਦੇ ਨਾਲ ਸਰਬੱਤ ਦਾ ਭਲਾ ਤੇ ਹੋ ਸਕਦਾ ਹੈ, ਲੰਗਰ ਲੱਗ ਸਕਦੇ, ਦਵਾਈਆਂ ਦਿੱਤੀਆਂ ਜਾ ਸਕਦੀਆਂ, ਟੈਕਸ ਨਹੀਂ ਭਰਾਂਗੇ। ਉਹ ਕਹਿੰਦਾ ਤੁਹਾਨੂੰ ਫੇਰ ਵੇਖੂ। ਸਤ ਸੰਗਤ ਸਿੱਖਾਂ ਨੇ ਆਖਿਆ ਮਹਾਰਾਜ ਕੁਛ ਇਹ ਇੰਨਾ ਕਰੜਾ ਬੋਲਿਆ, ਕੁਛ ਕਹੋ। ਸਤਿਗੁਰੂ ਕਹਿੰਦੇ ਜਿੱਧਰ ਨੂੰ ਚੱਲਿਆ ਮੁੜ ਕੇ ਨਹੀਂ ਆਉਂਦਾ। ਇਤਿਹਾਸ ਕਹਿੰਦਾ ਬੀਰਬਲ ਉਸ ਜੰਗ 'ਚ ਹੀ ਰਹਿ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਸਤ ਸੰਗਤ ਸੁਲਭੀ ਖਾਨ ਸੀ। ਸੁਲਭੀ ਖਾਨ ਨੂੰ ਬਾਬਾ ਪ੍ਰਿਥੀ ਚੰਦ ਹੋਣੀ ਉਹਨਾਂ ਸੁਲਹੀ ਨੂੰ ਜਾ ਕੇ ਆਖਿਆ ਵੀ ਮੇਰੇ ਭਰਾ ਤੋਂ ਮੈਨੂੰ ਗੁਰਤਾ ਗੱਦੀ ਦਿਵਾਓ।
ਉਹਨੇ ਆਪਣਾ ਭਤੀਜਾ ਭੇਜ ਦਿੱਤਾ। ਮਹਾਰਾਜ ਜੀ ਨੂੰ ਆਖਿਆ ਜੀ ਉਹ ਚੜਿਆ ਆਉਂਦਾ ਹੈ। ਸਤਿਗੁਰੂ ਕਹਿੰਦੇ ਜਿੱਧਰ ਨੂੰ ਚੜਿਆ ਆਉਂਦਾ ਰੋੜਪੁਰ ਜਾਣਾ ਹੈ। ਰਾਹ ਦੇ ਵਿੱਚ ਆਪਣੇ ਸਿਪਾਹੀਆਂ ਦੇ ਨਾਲ ਉਹਦੀ ਮੁੱਠ ਭੇੜ ਹੋ ਗਈ, ਲੜਾਈ ਹੋ ਗਈ। ਸਿਪਾਹੀਆਂ ਨੇ ਉਹਦਾ ਸਤ ਸੰਗਤ ਰਾਹ 'ਚ ਹੀ ਸਿਰ ਵੱਢ ਦਿੱਤਾ। ਸੁਲਭੀ ਖਾਂ ਰਾਹ 'ਚ ਹੀ ਮਰ ਗਿਆ। ਹੁਣ ਤੀਜਾ ਇੱਕ ਬਚਨ ਸਤਿਗੁਰਾਂ ਨੇ ਦੱਸਿਆ ਗਿਆ, ਮਰਜ ਸੁਲਹੀ ਚੜ ਕੇ ਆ ਗਿਆ ਹੈ। ਗਰੀਬ ਨਵਾਜ ਕਹਿੰਦੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕहीं ਨਾ ਪਹੁੰਚੈ। ਉਹ ਹੋਇਆ ਕਿ ਸਤ ਸੰਗਤ ਉਹ ਇੱਟਾਂ ਦੇ ਪੱਕੇ ਹੋਏ ਆਵੇ ਵੇਖਣ ਵਾਸਤੇ ਬਾਬਾ ਪ੍ਰਿਥੀ ਚੰਦ ਉਹਨੂੰ ਲੈ ਗਿਆ, ਨਾਲ ਵੀ ਵੇਖ ਕੇ ਆ। ਉਹ ਘੋੜਾ ਤਰਪ ਗਿਆ, ਉਹ ਭੱਠੇ 'ਚ ਵੜ ਗਿਆ। ਮਹਾਰਾਜ ਜੀ ਦਾ ਉਹ ਬਚਨ ਵੇਖੋ ਸਤ ਸੰਗਤ, ਜੇ ਕਿਤੇ ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਰਚ ਰਹੇ ਸਨ ਤੇ ਆਪਣੇ ਆਪ ਨੂੰ ਭਗਤ ਕਹਾਉਣ ਵਾਲੇ ਲੋਕ ਵੀ ਆਏ। ਕਾਨਾ ਆ ਗਿਆ। ਕਾਨਾ ਕਹਿੰਦਾ ਮੇਰੀ ਬਾਣੀ ਲਿਖੋ, ਪਰ ਹੰਕਾਰ ਦੇ ਬੋਲ ਸਨ, ਮਹਾਰਾਜ ਜੀ ਨੇ ਨਾ ਲਿਖੇ। ਸਤ ਸੰਗਤ ਤੇ ਜਦੋਂ ਫਿਰ ਸਿੱਖਾਂ ਨੇ ਆਖਿਆ ਮਹਾਰਾਜ ਬੜਾ ਇਹ ਬਹੁਤ ਕਰੜਾ ਬੋਲਦਾ ਗਿਆ। ਸਤਿਗੁਰੂ ਕਹਿੰਦੇ ਭਾਈ ਲਾਹੌਰ ਨਹੀਂ ਪਹੁੰਚਦਾ। ਇਤਿਹਾਸ ਕਹਿੰਦਾ ਰਾਹ 'ਚ ਉਹਦਾ ਰਥ ਪਲਟ ਗਿਆ, ਰਥ ਦੇ ਥੱਲੇ ਸਿਰ ਆ ਗਿਆ ਉਹਦਾ, ਕਾਨਾ ਰਾਹ 'ਚ ਹੀ ਰਹਿ ਗਿਆ। ਭਾਵ ਜੇ ਗੁਰੂ ਸਾਹਿਬ ਚਾਹੁੰਦੇ ਕੀ ਨਹੀਂ ਸੀ ਕਰ ਸਕਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਤਿਹਾਸ ਦੇ ਬੜੇ ਬੋਲਨੇ ਐਸੇ। ਤੋ ਸਤ ਸੰਗਤ ਐਸੇ ਗਰੀਬ ਨਵਾਜ ਸਤਿਗੁਰੂ ਜੀ ਧੰਨ ਗੁਰੂ ਅਰਜਨ ਸਾਹਿਬ, ਉਹਨਾਂ ਸਰਬੱਤ ਦਾ ਭਲਾ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਲੈ ਕਰਕੇ ਅੱਜ ਤੀਕਰ ਗੁਰੂ ਦਾ ਸਿੱਖ ਇੱਕੋ ਹੀ ਅਰਦਾਸ, ਜਦੋਂ ਵੀ ਕੋਈ ਵੀ ਅਰਦਾਸ ਕਰਦਾ ਹੈ ਅਰਦਾਸ ਮੁੱਕਦੀ ਇਸ ਗੱਲ ਤੇ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਇੱਕ ਵਾਰ ਸਾਰੇ ਦੂਰ ਕਰੋ। ऐसे गुर को बल बल जाइए, ऐसे गुर को बल बल जाइए। आप मुकत मोह तारे, ऐसे गुर को बल बल जाइए, ऐसे गुर को बल बल